ਵਿੱਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪੰਜਾਬ ਦੀਆਂ ਜੇਲ੍ਹਾਂ ਅਕਸਰ ਸੁਰਖੀਆਂ ਵਿੱਚ ਰਹਿੰਦੀਆਂ ਹਨ ਤੇ ਆਏ ਦਿਨ ਜੇਲ੍ਹ ਵਿੱਚੋਂ ਜੁਰਮ ਦਾ ਨੈਟਵਰਕ ਚਲਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਗੱਲ ਕਰਦੇ ਹਾਂ ਕੇਂਦਰੀ ਮਾਡਰਨ ਜੇਲ੍ਹ ਜਲੰਧਰ ਤੇ ਕਪੂਰਥਲਾ ਦੀ, ਜਿੱਥੇ ਪੁਲਿਸ ਨੇ 6 ਹਵਾਲਾਤੀਆਂ ਦੇ ਖਿਲਾਫ ਜਬਰਨ ਵਸੂਲੀ ਡਰੱਗ ਰੈਕਟ ਚਲਾਉਣ ਦਾ ਮਾਮਲਾ ਦਰਜ ਕੀਤਾ ਹੈ ਤੇ ਇਹਨਾਂ ਪਾਸੋਂ 3 ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਐਸਐਸਪੀ ਮੁਤਾਬਿਕ ਇਹਨਾਂ ਪਾਸੋਂ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਆਸ ਹੈ ਤੇ 3 ਹਵਾਲਾਤੀਆਂ ਨੂੰ गिरफ्तार करके जांच लिए प्रोडक्शन वारंट ते सीआईए स्टाफ ने कपूरथला लियांदा है। नशे का ते होर भी जी उन्होंने सानू इन्फॉर्मेशन मिली सी भी ये बंदे है ये ना अंदर मोबाइल यूज करते हैं तो मोबाइल के थ्रू बाहर भी फोन करते हैं तो असीं इन्हां बारे पता किया सारे इन्हां दे एनडी के बच्चे सी एनडी केस के सानू फिर शक सी भी हो सकता है अंदरों ड्रग्स वगैरह का नैटवर्क में चलाते हो और फरोतियाँ वगैरह इस किस्म का करके असीं फिर इन्हां ते केस रजिस्टर करके इन्हां नूं उत्थे लिआंदा प्रोडक्शन ते लैके इन्हां रिमांड लिया। ਐਸਐਸਪੀ ਸੰਗਰੂਰ ਦੀ ਅਗਵਾਈ ਵਿੱਚ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਸੰਗਰੂਰ ਪੁਲਿਸ ਵੱਲੋਂ 2 ਵੱਖ-ਵੱਖ ਕੇਸਾਂ ਵਿੱਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਵਿੱਚ ਪ੍ਰੇਮ ਸਿੰਘ ਪ੍ਰੇਮਾ, ਜਿਸ ਦੀ ਕਿਸੇ ਦੂਜੇ ਪਾਰਟੀ ਨਾਲ ਰੰਜਿਸ਼ ਚੱਲਦੀ ਹੈ, ਉਸ ਪਾਸੋਂ 2 ਪਿਸਤੌਲ, 3 ਬੋਰ ਐਮਪੀ ਦੇ ਬਣੇ ਹੋਏ जो कि वह लैके आ रहा सी बरामद किए गए हैं। दूजे पासे 2 बाहरले राज्यों तो व्यक्ति बैंक विच चोरी करने की कोशिश कर रहे सन। जदों उत्थों गुजर रही पेट्रोलिंग पार्टी ने पुछगिछ की तो वह भज्जण लगे तो काबू कर ले गए तो उन्होंने पासों 2000 रुपए बरामद किए गए। सब तो खूबसूरत पुलिस लाइन दे विच तुहाडा सारिਆਂ ਦਾ स्वागत है। जिवें तुहानूं पता भी इलैक्शन प्रोसैस संगरूर पार्लीमेंट इलैक्शन दे विच इलैक्शन प्रोसैस जिहड़ा चल रहा है, जिहड़ा इलैक्शन प्रोसैस जिहड़ा साडा ਉਹ ਚੱਲ ਰਿਹਾ ਤੇ ਉਹਦੇ ਵਿੱਚ ਅਸੀਂ ਵੱਖ-ਵੱਖ ਥਾਵਾਂ ਤੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕਾਬੰਦੀ, ਪੈਟਰੋਲਿੰਗ, ਸਰਚ ਆਪਰੇਸ਼ਨ ਉਸ ਢੰਗ ਦੇ ਚੱਲ ਰਹੇ ਆ ਪੂਰੀ ਮੁਸਤੈਦੀ ਨਾਲ ਕਿ ਜਿਹੜੀ ਆਉਣ ਵਾਲੀ 23 ਤਰੀਕ ਨੂੰ ਇਲੈਕਸ਼ਨ ਹੈ पूरी फ्री एंड फेयर इलैक्शन होवे ਉਹਦੇ ਲਈ ਸੰਗਰੂਰ ਪੁਲਿਸ ਪੱਬਾਂ ਭਾਰ ਹੈ। ਤੇ ਜਿਵੇਂ ਤੁਸੀਂ ਦੇਖਿਆ ਵੀ ਇੱਕ ਗੱਲ ਮੈਂ ਕਿਹਾ ਕਰਦਾ ਵੀ ਜੇ ਸੰਗਰੂਰ ਵਿੱਚ ਕ੍ਰਾਈਮ ਕਰੋਗੇ ਤਾਂ ਤੁਸੀਂ ਫੜੇ ਜਾਓਗੇ। ਸੰਗਰੂਰ 'ਚ ਕ੍ਰਾਈਮ ਕਰਨ ਵਾਲੇ ਦੀ ਜਗ੍ਹਾ ਸਲਾਖਾਂ ਦੇ ਪਿੱਛੇ ਹੈ। ਸਾਡੀ ਟੀਮ ਦੀ ਪੂਰੀ ਹਰ ਚੀਜ਼ ਤੇ ਪੂਰੀ ਤਰ੍ਹਾਂ ਨਿਗਾਹ ਇਹ ਹੋ ਸਕਦਾ ਵੀ ਕ੍ਰਾਈਮ ਕਰੋ ਤੇ ਕੁਝ ਦੇਰੀ ਹੋ ਜੇ, ਪਰ ਇਹ ਨਹੀਂ ਹੋ ਸਕਦਾ ਵੀ ਕ੍ਰਾਈਮ ਕਰੋ ਤੇ ਫੜੇ ਨਾ ਜਾਓ। ਸੰਗਰੂਰ ਜ਼ਿਲ੍ਹੇ ਦੇ ਵਿੱਚ ਕੋਈ ਵੀ ਕ੍ਰਾਈਮ ਪਿਛਲੇ 2 ਮਹੀਨਿਆਂ ਤੋਂ ਕੋਈ ਵੀ ਕ੍ਰਾਈਮ ਟ੍ਰੇਸ ਹੋਣੋਂ ਬਾਕੀ ਨਹੀਂ ਰਿਹਾ। ਸਾਰੇ ਕੇਸ ਅਸੀਂ ਟ੍ਰੇਸ ਕਰ ਲਿਆ। ਈਵਨ 3-4 ਸਾਲ ਤੋਂ ਜਿਹੜੇ ਹੋਰੇ ਕ੍ਰਾਈਮ ਹੈ, ਜਿਵੇਂ ਕਿ ਜਿਹੜੇ ਏਟੀਐਮ ਫਰਾਡ ਦਾ ਜਿਹੜੇ ਪੰਜਾਬ ਦੇ ਵਿੱਚ ਲਗਭਗ ਕੱਲ ਤੁਹਾਨੂੰ ਦੱਸਿਆ ਸੀ ਵੀ 70 ਦੇ ਕਰੀਬ ਆ, ਅੱਜ ਉਹ 100 ਤੋਂ ਉੱਤੇ ਹੈ ਜਿਹੜਾ ਉਹਨਾਂ ਦੀਆਂ ਵਾਰਦਾਤਾਂ ਜਿਹੜੀ ਪੁੱਛਗਿੱਛ ਦੇ ਵਿੱਚ ਹਜੇ ਹਜੇ ਚੱਲ ਰਹੀ ਹੈ। ਬਹੁਤ ਸਾਰੇ ਡਿਸਟ੍ਰਿਕਟ ਸਾਨੂੰ ਜਲੰਧਰ ਤੋਂ ਲੈ ਕੇ ਤੇ ਅੰਮ੍ਰਿਤਸਰ ਤੋਂ ਲੈ ਕੇ ਵਾਰ-ਵਾਰ ਸਾਰੇ ਤਾਲਮੇਲ ਕਰ ਰਹੇ ਆ, ਕਿਉਂਕਿ ਜਦੋਂ ਇਹਨਾਂ ਦੀ ਵੀਡੀਓ ਦੇਖੀ ਬਹੁਤ ਸਾਰੇ ਵੀਡੀਓ ਦੇ ਵਿੱਚ ਇਹਨਾਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਦੇ ਬਾਰੇ ਉਹ ਸਾਡੇ ਨਾਲ ਤਾਲਮੇਲ ਕਰ ਰਹੇ ਆ। ਇਸ ਕਰਕੇ ਜਿਹੜਾ ਉਵੇਂ ਗੈਂਗ ਅਸੀਂ ਬਸਟ ਕੀਤਾ ਉਸੇ ਦੇ ਲੜੀ ਦੇ ਵਿੱਚ ਅਸੀਂ ਜਿਹੜੀ ਕੱਲ ਸਾਨੂੰ ਕਾਮਯਾਬੀ ਮਿਲੀ ਵੀ ਇੱਥੇ ਪ੍ਰੇਮ ਸਿੰਘ ਪ੍ਰੇਮਾ ਜਿਹੜਾ ਉਹਨੂੰ ਅਸੀਂ ਕੱਲ ਫੜਿਆ। ਉਹਦੇ ਵਿੱਚੋਂ ਸੀਆਈਏ ਦੀ ਸਾਡੀ ਪਾਰਟੀ ਨੇ ਫੜਿਆ। ਉਹਦੇ ਤੋਂ 2 ਵੈਪਨ ਜਿਹੜੇ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਉਹ ਉਹਦੇ ਤੋਂ ਮਿਲੇ ਆ। पंजाब रोडवेज पनबस पीआरटीसी ਕੰਟਰੈਕਟ ਵਰਕਰਸ यूनियन पंजाब ਵੱਲੋਂ ਪੰਜਾਬ ਭਰ ਵਿੱਚ ਅੱਜ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਡਿਪੂਆਂ ਦੇ ਗੇਟਾਂ ਤੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਬਟਾਲਾ ਡਿਪੂ ਵਿਖੇ ਇਹਨਾਂ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਆਪਣੀਆਂ ਮੰਗਾਂ ਨੂੰ ਲੈ ਕੇ 8, 9 ਅਤੇ 10 ਜੂਨ ਨੂੰ ਪੰਜਾਬ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਅਤੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਜੀ ਪ੍ਰਦੀਪ ਕੁਮਾਰ ਸੂਬਾ ਮੀਤ ਪ੍ਰਧਾਨ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ 25/11। ਮੈਂ ਦੱਸਣਾ ਚਾਹੁੰਦਾ ਜੀ 1 ਮਈ ਤੋਂ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਮੁੱਖ ਮੰਤਰੀ ਪੰਜਾਬ ਡੀਸੀ ਐਂਡ ਐਮਐਲਏਜ਼ ਨੇ ਸਾਰਿਆਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਵੀ ਸਾਡੀ ਜਿਹੜੀ ਆ ਪੈਨਲ ਮੀਟਿੰਗ ਕਰਾਈ ਜਾਵੇ। ਸਾਡੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਪ੍ਰਤੀ ਆਪਾਂ ਵਿਚਾਰ ਕੀਤਾ ਜਾਏ। ਪਰ ਇੰਨਾ ਸਮਾਂ ਹੋਣ ਦੇ ਬਾਵਜੂਦ ਵੀ ਕਿਸੇ ਅਫਸਰ ਨੇ ਜਾਂ ਕਿਸੇ ਮੁੱਖ ਮੰਤਰੀ ਦਫ਼ਤਰ ਤੋਂ ਜਾਂ ਟਰਾਂਸਪੋਰਟ ਮਿਨਿਸਟਰ ਵੱਲੋਂ ਸਾਨੂੰ ਕਿਸੇ ਵੱਲੋਂ ਵੀ ਕੋਈ ਹੁੰਗਾਰਾ ਨਹੀਂ ਮਿਲਿਆ, ਜਿਹਦੀ ਇਵਜ਼ ਦੇ ਵਿੱਚ ਜਿਹੜੇ ਅਸੀਂ ਪ੍ਰੋਗਰਾਮ ਰੱਖੇ ਸੀ
ਉਹ ਸਾਡੇ ਸਟੈਂਡ ਨੇ, ਜਿਹਦੇ ਵਿੱਚ 6 ਤਰੀਕ ਦੀ ਅੱਜ ਗੇਟ ਰੈਲੀ ਸੀ। ਇਹ ਗੇਟ ਰੈਲੀ ਇਸ ਕਰਕੇ ਕੀਤੀ ਹੈ ਵੀ ਸਰਕਾਰ ਨੂੰ ਪਤਾ ਲੱਗ ਜਾਏ ਵੀ ਅਸੀਂ 8, 9, 10 ਦੀ ਹੜਤਾਲ ਜਿਹੜੀ ਆ ਉਹ ਕਰਨ ਜਾ ਰਹੇ ਹਾਂ। ਅਗਰ ਜੇ ਸਰਕਾਰ ਨੇ ਸਾਨੂੰ ਕਿਸੇ ਟੇਬਲ ਤੇ ਨਾ ਸੱਦਿਆ ਤਾਂ ਅਸੀਂ ਹੜਤਾਲ ਪੱਕੀ ਕਰਾਂਗੇ। ਬਾਕੀ ਪ੍ਰਧਾਨ ਹੋਣਾ ਤੁਹਾਨੂੰ ਦੱਸਿਆ ਵੀ 9 ਤਰੀਕ ਨੂੰ ਅਸੀਂ ਜੇ ਹੋ ਸਕਿਆ ਤਾਂ ਮੁੱਖ ਮੰਤਰੀ ਪੰਜਾਬ ਦਾ ਘਰਾ ਕਰਾਂਗੇ, ਜਾ ਕੇ ਟਰਾਂਸਪੋਰਟ ਮਿਨਿਸਟਰ ਦਾ ਘਰਾ ਕਰਾਂਗੇ। ਬਾਕੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੈਂ ਤੁਹਾਨੂੰ ਜਾਣੂ ਕਰਵਾ ਦਿਆਂ ਵੀ ਸਾਡੀ ਮੁੱਖ ਮੰਗ ਜਿਹੜੀ ਵੀ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਏ ਤੇ ਜਿਹੜੇ ਸਾਡੇ ਨਜਾਇਜ਼ ਕੰਡੀਸ਼ਨਾਂ ਲਾ ਕੇ ਵਰਕਰ ਕੱਢੇ ਹੋਏ ਨੇ, ਜਿਨ੍ਹਾਂ ਦੀਆਂ ਇਨਕੁਆਇਰੀਆਂ ਵੀ ਹੱਕ 'ਚ ਹੋ ਚੁੱਕੀਆਂ ਨੇ, ਉਹਨਾਂ ਨੂੰ ਬਹਾਲ ਕੀਤਾ ਜਾਵੇ। ਮੈਂ ਜੀ ਪਰਮਜੀਤ ਸਿੰਘ ਘੁਆੜ। ਗੇਟ ਰੈਲੀ ਸਾਡੀ ਜੀ ਇਹ ਸਰਕਾਰ ਦੇ ਖਿਲਾਫ ਜੋ ਮੰਗਾਂ ਪ੍ਰਤੀ ਆ। ਅਸੀਂ ਅੱਜ ਜੋ ਪੰਜਾਬ ਰੋਡਵੇਜ਼ ਪਨ ਬੱਸ ਔਰ PRTC ਦੇ ਜਿਹੜੇ ਕੱਚੇ ਮੁਲਾਜ਼ਮ ਆ ਉਹ ਆਪਣੇ ਗੇਟ ਰੈਲੀਆਂ ਕਰ ਰਹੇ ਆ 27 ਡਿਪੂਆਂ ਦੇ ਉੱਤੇ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਵੀ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਵਾ ਉਹ ਅੱਖੋਂ ਪਰੋਖਾਂ ਕਰ ਰਹੇ ਨੇ। ਜਿਸ ਤਰ੍ਹਾਂ ਸਰਕਾਰ ਨੇ ਸੱਤਾ 'ਚ ਆਉਣ ਵੇਲੇ ਸਭ ਤੋਂ ਪਹਿਲਾਂ ਜਿਹੜੇ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਜਿੰਨੇ ਵੀ ਕੱਚੇ ਮੁਲਾਜ਼ਮ ਆ ਉਹ ਪੱਕੇ ਕੀਤੇ ਜਾਣਗੇ, ਪਰ ਇਹ ਸਰਕਾਰ ਨੇ ਜਿਹੜੀਆਂ ਸਾਡੀਆਂ ਮੰਗਾਂ ਵਾ ਅਣਗੌਲੀਆਂ ਕੀਤੀਆਂ ਵਾ। ਬਾਰ-ਬਾਰ ਸਾਨੂੰ ਇਹ ਮੀਟਿੰਗਾਂ ਦੇ ਕੇ ਤੇ ਮੀਟਿੰਗਾਂ ਦੇ ਵਿੱਚ ਕੋਈ ਵੀ ਜਿਹੜਾ ਇਹਨਾਂ ਕੋਲ ਹੱਲ ਜਿਹੜਾ ਉਹ ਨਹੀਂ ਕੱਢ ਰਹੇ। ਪਿਛਲੇ ਦਿਨੀ ਵੀ ਅਸੀਂ ਗੇਟ ਰੈਲੀਆਂ ਕੀਤੀਆਂ ਨੇ, ਉਹਦੇ ਵਿੱਚ ਹੀ ਸਾਨੂੰ ਇਹ ਕੋਈ ਮੈਸੇਜ ਨਹੀਂ ਆਇਆ। ਸਾਡੀਆਂ ਇਹਦੇ ਵਿੱਚ ਮੇਨ ਮੰਗਾਂ ਨੇ ਵੀ ਸਾਨੂੰ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੰਜਾਬ ਰੋਡਵੇਜ਼ ਔਰ PRTC ਦੇ ਵਿੱਚ ਪੱਕਿਆ ਕੀਤਾ ਜਾਵੇ ਤੇ ਜਿਹੜੇ ਬੇਵਜ੍ਹਾ ਕੰਡੀਸ਼ਨਾਂ ਲਗਾ ਕੇ ਸਾਡੇ ਮੁਲਾਜ਼ਮ ਕੱਢੇ ਗਏ ਆ ਉਹ ਘਰਾਂ 'ਚ ਬੈਠੇ ਨੇ, ਉਹਨਾਂ ਨੂੰ ਬਹਾਲ ਕੀਤਾ ਜਾਵੇ। BSF ਦੀ 103 ਬਟਾਲੀਅਨ ਨੇ BOP ਕਾਲੀਆ ਤੋਂ ਇੱਕ ਪਾਕਿਸਤਾਨੀ ਨਾਗਰਿਕ ਗ੍ਰਿਫਤਾਰ ਕੀਤਾ। ਮਿਲੀ ਜਾਣਕਾਰੀ ਅਨੁਸਾਰ 103 ਬਟਾਲੀਅਨ ਦੇ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਦਾਖਲ ਹੋ ਰਹੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਪਾਕਿਸਤਾਨੀ ਨਾਗਰਿਕ ਦੀ ਪਹਿਚਾਣ ਮੁਹੰਮਦ ਅਮਜਦ ਵਜੋਂ ਹੋਈ ਹੈ, ਜਿਸ ਦਾ ਪਿੰਡ ਸਰਹਾਲੀ ਜ਼ਿਲ੍ਹਾ ਕਸੂਰ ਹੈ। ਤਲਾਸ਼ੀ ਦੌਰਾਨ ਇਸ ਪਾਕਿਸਤਾਨੀ ਕੋਲੋਂ ਕੁਝ ਕੁਰਾਨ ਦੀਆਂ ਆਇਤਾਂ, ਮੋਬਾਈਲ ਫੋਨ ਤੇ ਹੈੱਡਫੋਨ ਬਰਾਮਦ ਹੋਏ ਹਨ। BSF ਵਾਲੇ ਫੜਿਆ ਗਿਆ ਪਾਕਿਸਤਾਨੀ ਸ਼ੱਕੀ ਨਾਗਰਿਕ ਜਾਪਦਾ ਹੈ, ਜਿਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਪਾਕਿਸਤਾਨੀ ਨਾਗਰਿਕ ਜਿਹੜਾ ਗ੍ਰਿਫਤਾਰ ਕੀਤਾ, ਇਹ ਕਿਹੜੇ ਬਾਰਡਰ ਤੋਂ ਇੱਕ ਗ੍ਰਿਫਤਾਰ ਕੀਤਾ ਜੀ? ਇਹ श्री SS मीना कंपनी कमांडर ने C कंपनी कमांडर बटालियन 103 BSF पोस्ट हैगी है कालिया। ये उन्होंने किसान गार्ड पार्टी के तौर पर जो ये कल गश्त कर रहे थे 3 बजे के करीब, तो पाकिस्तान की तरफों एक नौजवान ने ज़्यादा इंटरनेशनल बार्डर को क्रॉस किया तो उन्होंने इन्हू ललकार के काबू किया, जिन्हें अपना नाम मोहम्मद आजम अमजद वासी सरहाली पोस्ट ऑफ मुस्तफाबाद जिला कसूर पाकिस्तान दसिया, जी उम्र 30 साल की है। ये रात BSF वाले जिन्होंने साढ़े इन्होंने हैंडओवर करता सी, वो फिलहाल कोई यहो जी चीज़ नहीं पकड़ी गई। परचा दर्ज करके कोर्ट च पेश करके जी तफ्तीश की जाएगी, ये क्यों आया, किद्दां आया, वो सारी तफ्तीश करके जी अगली कार्रवाई सीनियर अफसरां दे मुताबिक। ਪਿਛਲੇ ਦਿਨੀ ਅੰਮ੍ਰਿਤਸਰ ਤੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਤਾਂ ਅੰਮ੍ਰਿਤਸਰ ਪੂਰਨ ਤੌਰ ਤੇ ਬੰਦ ਦਿਖਾਈ ਦਿੱਤਾ। ਚੱਪੇ-ਚੱਪੇ ਤੇ ਪੁਲਿਸ ਤੈਨਾਤ ਦਿਖਾਈ ਦਿੱਤੀ। ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਚੈਕਿੰਗ ਅਤੇ ਅੰਮ੍ਰਿਤਸਰ ਦੇ ਵਿੱਚ ਪੂਰਨ ਤੌਰ ਤੇ ਦੁਕਾਨਾਂ ਬੰਦ ਰਹੀਆਂ। ਹਾਂਜੀ ਸਰ, ਕਿੱਦਾਂ ਦੇ ਸੁਰੱਖਿਆ ਦੇ ਇੰਤਜ਼ਾਮਾਤ ਕੀਤੇ ਗਏ? ਹਾਂਜੀ ਪੂਰੇ ਜਿਹੜੇ ਆ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਆ। ਪੂਰਾ ਦਿਨ ਜਿਹੜਾ ਵਾ ਸ਼ਾਂਤਮਈ ਤਰੀਕੇ ਨਾਲ ਜਿਹੜਾ ਵਾ ਲੰਘਾਇਆ ਜਾਏਗਾ। ਲਾ ਐਂਡ ਆਰਡਰ ਬਿਲਕੁਲ ਮਤਲਬ ਜਿਹੜਾ ਪੀਸਫੁਲ ਆ ਤੇ ਪੂਰੇ ਜਿਹੜੇ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਆ ਪੂਰੇ ਪੁਖਤਾ ਪ੍ਰਬੰਧ ਨੇ। ਤਾਂ ਪੂਰੇ ਸ਼ਹਿਰ 'ਚ ਫੋਰਸ ਲਗਾਈ ਗਈ ਹੈ ਜੀ? ਹਾਂਜੀ, ਸਾਰੇ ਸ਼ਹਿਰ 'ਚ ਫੋਰਸ ਲਗਾਈ ਗਈ ਆ, ਨਾਕੇ ਆ, ਗਸ਼ਤਾਂ ਵਾ, ਠੀਕ ਹੈ। ਇਸ ਤੋਂ ਇਲਾਵਾ ਰਿਜ਼ਰਵ ਨੇ, ਠੀਕ ਹੈ। ਪੂਰੇ ਮਤਲਬ ਜਿਹੜੇ ਪੂਰੇ ਇੰਤਜ਼ਾਮ ਬਿਲਕੁਲ ਕੀਤੇ ਗਏ ਆ ਤੇ ਬਿਲਕੁਲ ਜਿਹੜੀ ਫੋਰਸ ਵੀ ਸਹੀ ਤਰੀਕੇ ਨਾਲ ਡਿਊਟੀ ਕਰ ਰਹੀ ਆ ਤੇ ਅਸੀਂ ਲੋਕਾਂ ਤੋਂ ਵੀ ਸਹਿਯੋਗ ਮੰਗਦੇ ਆ ਵੀ ਸਾਡੇ ਨਾਲ ਜਿਹੜਾ ਵਾ ਮਤਲਬ ਸਹਿਯੋਗ ਰੱਖਣ, ਸ਼ਾਂਤੀ ਬਣਾਈ ਰੱਖਣ ਤੇ ਬਿਲਕੁਲ ਅਸੀਂ ਸਹੀ ਤਰੀਕੇ ਨਾਲ ਜਿਹੜਾ ਵਾ ਆਪਣਾ ਇਹ ਡਿਊਟੀ ਨਿਭਾਈਏ। ਪੁਲਿਸ ਵੱਲੋਂ ਬਿਲਕੁਲ ਸ਼ਾਂਤਮਈ ਮਾਹੌਲ ਸਥਿਤੀ ਕੰਟਰੋਲ 'ਚ ਹੈ ਜੀ? ਹਾਂਜੀ, ਬਿਲਕੁਲ ਸਥਿਤੀ ਕੰਟਰੋਲ ਦੇ ਵਿੱਚ ਆ ਤੇ ਅੱਗੇ ਵੀ ਕੰਟਰੋਲ 'ਚ ਹੀ ਰਹੇਗੀ। ਸ਼ੁਕਰੀਆ ਜੀ। ਅੰਮ੍ਰਿਤਸਰ ਬੰਦ ਹੈ ਜੀ? ਹਾਂਜੀ, ਅੰਮ੍ਰਿਤਸਰ ਵਿੱਚ ਮਤਲਬ ਦੁਕਾਨਾਂ, ਸ਼ਾਪਸ ਬੰਦ ਨੇ ਤੇ ਆਵਾਜਾਈ ਤੇ ਚੱਲ ਰਹੀ ਹੈ। ਬਾਕੀ ਤੁਹਾਡੀ ਮੁਸਤੈਦੀ ਪੂਰੀ ਹੈ? ਹਾਂਜੀ, ਸਾਡੀ ਪੁਲਿਸ ਦੀ ਜਿਹੜੀ ਆ ਮੁਸਤੈਦੀ ਪੂਰੀ ਆ। ਅਸੀਂ ਲੋਕਾਂ ਦੀ ਜਿਹੜੀ ਆ
ਆਪਣੇ ਲੋਕਾਂ ਦੇ ਜਿਹੜੇ ਜਾਨ ਮਾਲ ਦੀ ਹਿਫਾਜ਼ਤ ਲਈ ਵਚਨਬੱਧ ਹੈ। ਠੀਕ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਜੰਗੀ ਪੱਧਰ ਤੇ ਜਾਂਚ ਕਰ ਰਹੀ ਹੈ। ਅੱਜ ਤਰਨਤਾਰਨ ਜ਼ਿਲ੍ਹੇ ਦੀ ਤਹਿਸੀਲ ਪੱਟੀ ਦੇ ਪਿੰਡ ਜੋੜਾ ਨਿਵਾਸੀ ਜਗਰੂਪ ਸਿੰਘ ਪੁੱਤਰ ਬਲਵਿੰਦਰ ਸਿੰਘ ਦਾ ਨਾਮ ਸਾਹਮਣੇ ਆਇਆ ਤੇ ਉਸ ਦਾ ਨਾਮ ਸਾਹਮਣੇ ਆਉਣ ਤੇ ਤਰਨਤਾਰਨ ਦੀ ਪੁਲਿਸ ਹਰਕਤ ਵਿੱਚ ਆ ਗਈ। ਇਸੇ ਮਸਲੇ ਨੂੰ ਲੈ ਕੇ ਜਗਰੂਪ ਸਿੰਘ ਦੀ ਮਾਂ ਮੀਡੀਆ ਸਾਹਮਣੇ ਆਈ ਤੇ ਉਸਨੇ ਕਿਹਾ ਕਿ ਸਨ 2017 ਤੋਂ ਜਗਰੂਪ ਸਿੰਘ ਨੂੰ ਨਹੀਂ ਮਿਲੀ ਤੇ ਨਾਲ ਹੀ ਉਸ ਨਾਲ ਗੱਲ ਹੋਈ। ਮਾਂ ਨੇ ਇਹ ਵੀ ਕਿਹਾ ਹੈ ਕਿ ਉਸਨੇ ਜੇਲ੍ਹ ਚੋਂ ਬਾਹਰ ਆ ਕੇ ਵੀ ਘਰ ਨਾਲ ਸੰਪਰਕ ਨਹੀਂ ਕੀਤਾ, ਪਰ ਮਾਂ ਨੇ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਉਸਦੇ ਬੇਟੇ ਦਾ ਹੱਥ ਹੈ ਤਾਂ ਉਸ ਨੂੰ ਵੀ ਗੋਲੀ ਮਾਰ ਦਿੱਤੀ ਜਾਵੇ। ਚਲੋ ਆ ਖਬਰਾਂ 'ਚ ਵਿੱਚ ਹੀ ਸੁਣਿਆ ਵੀ ਉਹਦੀ ਗਾਣੇ ਗੁਣੇ ਸੁਣੀਦੇ ਸੀ ਉਹਦੇ ਵਿਚਾਰੇ ਦੇ, ਤੇ ਚਲੋ ਧੱਕਾ ਹੀ ਹੋਇਆ ਉਹਦੇ ਨਾਲ। ਤੇ ਤੁਹਾਡੇ ਬੇਟੇ ਦਾ ਨਾਮ ਹੈ ਵੀਰ ਜੀ ਸਾਨੂੰ ਨਹੀਂ ਪਤਾ, ਉਹਨੂੰ ਤਾਂ ਅਸੀਂ ਬੇਦਖਲ ਕੀਤਾ। ਵੇਲੋ ਆ ਵੇਖੋ ਕਾਗਜ਼ ਸਾਡੇ ਕੋਲ ਆ, ਅਸੀਂ ਬੇਦਖਲ ਕੀਤਾ, ਨਾ ਹੀ ਘਰੇ ਵੜਨ ਦਿੰਦੇ ਉਹਨੂੰ। ਹਾਂਜੀ ਇਹ ਕਿਦੋਂ ਦਾ ਬੇਦਖਲ ਕੀਤਾ? ਇਹ 2000 ਕਿੰਨੇ ਚ 2017 ਦਾ ਕੀਤਾ ਜੀ। ਹਾਂਜੀ ਕੀ ਇਹਨੇ ਕੀਤਾ ਸੀ ਜਿਹੜਾ ਤੁਸੀਂ ਇਹਨੂੰ ਬੇਦਖਲ ਕਰਤਾ? ਇਹ ਇਸ ਤਰ੍ਹਾਂ ਨਸ਼ਾ ਨੁਸ਼ਾ ਕਰਨ ਲੱਗ ਪਿਆ ਸੀ ਤੇ ਮੈਨੂੰ ਕੁੱਟਦਾ ਮਾਰਦਾ ਸੀਗਾ ਤੇ ਮੇਰੇ ਕੋਲ ਪੈਸੇ ਲੁੱਟ ਖੋ ਕੇ ਲੈ ਜਾਂਦਾ ਤੇ ਅਸੀਂ ਫਿਰ ਬੇਦਖਲ ਕਰਤਾ ਸੀ। ਤੇ ਭਾਜੀ ਅਸੀਂ ਤਾਂ ਜਿੱਥੇ ਮਿਲਦਾ ਉਹਨੂੰ ਸ਼ੂਟ ਕਰ ਦਿਓ, ਜੇ ਕਿਸੇ ਦੇ ਮਾਂ ਦਾ ਪੁੱਤ ਮਾਰਿਆ ਇਹਨੂੰ ਵੀ ਸ਼ੂਟ ਕਰ ਦਿਓ। ਜਿਹੜਾ ਮਾੜੇ ਕੰਮ ਦਾ ਮਾੜਾ ਨਤੀਜਾ ਆਉਣਾ ਤੇ ਇਹਨੂੰ ਸ਼ੂਟ ਕਰ ਦਿਓ, ਜਿੱਥੇ ਮਿਲਦਾ ਸਾਡਾ ਕੋਈ ਲਿੰਕ ਨਹੀਂ ਹੈਗਾ ਜੀ। ਨਕੋਦਰ ਦੇ ਨੌਜਵਾਨਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਨਕੋਦਰ ਦੇ ਅੰਬੇਦਕਰ ਚੌਂਕ ਤੇ ਨੌਜਵਾਨਾਂ ਨੇ ਇਕੱਠੇ ਹੋ ਕੇ ਸਿੱਧੂ ਮੂਸੇਵਾਲਾ ਦੇ ਪੋਸਟਰ ਹੱਥਾਂ ਵਿੱਚ ਫੜ ਕੇ ਕੈਂਡਲ ਮਾਰਚ ਕੱਢਿਆ, ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਅਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਕਹਿਣਾ ਕੀ ਹੈ ਜੀ, ਇਹ ਤਾਂ ਸਾਰਿਆਂ ਦੇ ਸਾਹਮਣੇ ਹੀ ਆ। ਸਾਡੇ ਨੌਜਵਾਨ ਵੀਰ ਖੜੇ ਆ। ਇੱਕ ਸਾਡਾ ਨੌਜਵਾਨ ਜਿਹੜਾ ਚਮਕਦਾ ਸਿਤਾਰਾ ਸਾਡੇ ਪੰਜਾਬ ਦਾ, ਉਹ ਅੱਜ ਸਾਡੇ ਵਿੱਚ ਨਹੀਂ ਰਿਹਾ। ਉਹ ਕੀ ਨਾਕਾਮੀਆਂ, ਕੀ ਕਾਰਨ ਹੋਇਆ, ਉਹ ਸਾਨੂੰ ਸਾਰਿਆਂ ਨੂੰ ਪਤਾ ਆ। ਅਸੀਂ ਤਾਂ ਬਸ ਇਹੀ ਕਹਿੰਦੇ ਆ ਕਿ ਜੋ ਇਹ ਸਾਡੇ ਨਾਲ ਭਾਣਾ ਵਾਪਰਿਆ ਆ, ਇਹ ਗਾਂ ਤੋਂ ਜਿਹੜੀ ਗੱਲ ਨਾ ਹੋਵੇ। ਜਿਹੜੇ ਉਹਦੇ ਕਾਤਲ ਆ ਉਹਨਾਂ ਨੂੰ ਜਲਦ ਤੋਂ ਜਲਦ ਜਿਹੜੀ ਹੈ ਸਰਕਾਰ ਗ੍ਰਿਫਤਾਰ ਕਰੇ, ਔਰ ਜਿਹੜਾ ਬਣਦਾ ਹੱਕ ਆ ਉਹਦੇ ਪਰਿਵਾਰ ਨੂੰ ਤੇ ਸਾਡੇ ਪੰਜਾਬ ਨੂੰ ਜਿਹੜਾ ਮਿਲਣਾ ਚਾਹੀਦਾ। ਅਮਿਤ ਜੀ, ਲੱਗਦਾ ਨਹੀਂ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਗੈਂਗਸਟਰਵਾਦ ਵੱਧ ਰਿਹਾ ਵਾ, ਕੀ ਕਹਿਣਾ ਚਾਹੋਗੇ? ਕਹਿਣਾ ਕੀ ਹੈ ਜੀ, ਇਹਦੇ ਵਿੱਚ ਤਾਂ ਸਾਹਮਣੇ ਹੀ ਹੈ ਜੀ, ਸਰਕਾਰਾਂ ਦੀਆਂ ਨਾਕਾਮੀਆਂ ਸਾਫ਼ ਨਜ਼ਰ ਆ ਰਹੀਆਂ ਆ। ਪਹਿਲਾਂ ਤੇ ਜਿਹੜੀਆਂ ਸਰਕਾਰਾਂ ਚੁਣੀਆਂ ਸੀ ਉਹ ਤਾਂ ਇਸ ਕਰਕੇ ਚੁਣੀਆਂ ਸੀਗੀਆਂ ਕਿ ਜਿਹੜਾ ਪੰਜਾਬ ਦਾ ਸੁਧਾਰ ਹੋਊਗਾ, ਪਰ ਜਿਹੜੀ ਉਹਦੀ ਸਿਕਿਉਰਿਟੀ ਦੇ ਵਿੱਚ ਅਣਗਹਿਲੀ ਕੀਤੀ ਆ, ਉਹ ਇੱਕ ਮੇਨ ਜਿਹੜਾ ਵੱਡਾ ਕਾਰਨ ਹੈ ਉਹ ਸਾਰਿਆਂ ਦੇ ਸਾਹਮਣੇ ਆਇਆ। ਇਹ ਜਿਹੜੀਆਂ ਜਨਤਾ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਇਹਦੇ ਵਿੱਚ ਸਰਕਾਰ ਦਾ ਅਸੀਂ ਸਮਝਦੇ ਹਾਂ ਕਿ ਪੂਰੀ ਜਿਹੜੀ ਨਾਕਾਮੀ ਆ ਉਹ ਸਾਨੂੰ ਦੇਖਣ ਨੂੰ ਮਿਲੀ ਆ। ਜੇ ਸਿੱਧੇ ਤੌਰ ਤੇ ਕਹੀ ਤਾਂ ਸਰਕਾਰ ਦੀ ਇਹਦੇ ਵਿੱਚ ਜਿਹੜੀ ਆ ਉਹ ਦੋਸ਼ੀ ਨਜ਼ਰ ਆ ਰਹੀ। ਜੂਨ 1984 ਦੌਰਾਨ ਸ਼੍ਰੀ ਹਰਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘੜੀਆਂ ਦੀ ਯਾਦ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਤੀ ਰੂਪ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ 4 ਜੂਨ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਨ੍ਹਾਂ ਦਾ ਕਿ ਅੱਜ ਭੋਗ ਪਾਇਆ ਗਿਆ ਅਤੇ ਸੰਗਤੀ ਰੂਪ ਵਿੱਚ ਅਰਦਾਸ ਕਰਕੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਅਤੇ ਯੂਥ ਅਕਾਲੀ ਦਲ ਦੇ ਬੁਲਾਰੇ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ 6 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੌਰਾਨ ਕੀਰਤਨ ਦਰਬਾਰ ਸਜਾ ਅਤੇ ਸੰਗਤੀ ਰੂਪ ਵਿੱਚ ਅਰਦਾਸ ਕਰਕੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕੀਤਾ ਗਿਆ। 1984 ਚ 6 ਜੂਨ ਨੂੰ ਜੋ ਹਿੰਦੁਸਤਾਨ ਦੀ ਸਰਕਾਰ ਨੇ ਸਿੱਖ ਕੌਮ ਨਾਲ ਕੀਤਾ, ਉਹ ਨਾ ਭੁੱਲਣ ਵਾਲੀ ਗੱਲ ਹੈ। ਉਦੋਂ ਤੋਂ ਹੀ 37-38 ਸਾਲ ਹੋ ਗਏ ਸਾਰੀ ਕੌਮ ਇਹ ਜਿਹੜਾ ਦਿਹਾੜਾ ਹੈ ਇਹਨੂੰ ਇੱਕ ਸ਼ਹੀਦੀ ਦਿਹਾੜੇ ਦੇ ਤੌਰ ਤੇ ਮਨਾਉਂਦੀ ਹੈ। ਅਕਾਲ ਤਖਤ ਸਾਹਿਬ ਤੋਂ ਜੋ ਜਿਸ ਤਰੀਕੇ ਨਾਲ ਟੈਂਕਾਂ ਨਾਲ ਹਮਲਾ ਕੀਤਾ ਗਿਆ, ਦਰਬਾਰ ਸਾਹਿਬ ਕੀਤਾ ਗਿਆ, ਪ੍ਰਕਰਮਾਂ 'ਚ ਬੇਅਦਬੀ ਹੋਈ ਔਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਤੇ ਗੋਲੀ ਵੱਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਵੱਜੀਆਂ। ਇਹ ਕੌਮ ਕਦੀ ਭੁੱਲ ਨਹੀਂ ਸਕਦੀ ਇਹਨਾਂ ਗੱਲਾਂ ਨੂੰ। ਔਰ ਮੈਂ ਸਮਝਦਾ ਵੀ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਸਾਰਾ ਕੁਝ ਇੱਕ ਸੋਚੀ ਸਮਝੀ ਸਾਜ਼ਿਸ਼ ਅਧੀਨ ਕੀਤਾ, ਕਿਉਂਕਿ ਗ੍ਰਹਿ ਮੰਤਰੀ ਬੂਟਾ ਸਿੰਘ ਸਰਦਾਰ ਹੈ, ਰਾਸ਼ਟਰਪਤੀ ਗਿਆਨੀ ਜ਼ਹਿਰ ਸਿੰਘ ਸਰਦਾਰ ਹੈ। ਸਿੱਖ ਕੌਮ ਨੂੰ ਬਦਨਾਮ ਕਰਨ ਲਈ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਗਈਆਂ, ਸਮੁੱਚੀ ਕੌਮ ਨੂੰ ਇਹ ਦਿਹਾੜੇ ਨੂੰ ਦੇਖਦੇ ਹੋਏ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ। ਇੱਕ ਪ੍ਰੋਗਰਾਮ ਜੋ ਅਕਾਲ ਤਖਤ ਸਾਹਿਬ ਦਿੰਦਾ ਹੈ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਔਰ ਸਮੁੱਚੀ ਕੌਮ ਜਿੰਨਾ ਚਿਰ ਇਕੱਠੀ ਨਹੀਂ ਹੁੰਦੀ ਔਰ ਵੰਡੀ ਹੈ, ਉਨੀ ਦੇਰ ਜਿਹੜੀਆਂ ਇਹ ਚੀਜ਼ਾਂ ਨੇ ਇਹ ਹੋਣੀਆਂ ਤੁਹਾਡੇ ਨਾਲ। ਸੋ ਮੈਂ ਅਪੀਲ ਕਰਦਾ, ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਭੋਗ ਪਾਏ ਗਏ, ਪਰਸੋਂ ਆਰੰਭ ਹੋਇਆ ਸੀ। ਸਮੁੱਚੀ ਕੌਮ ਨੂੰ ਅਪੀਲ ਕਰਦੇ ਹਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਔਰ ਇਹ ਜਿਹੜਾ ਚੀਜ਼ਾਂ ਨੇ ਇਹਨਾਂ ਨੂੰ ਆਪਣੇ ਆਪ ਤੋਂ ਦੂਰ ਰੱਖੀਏ ਔਰ ਸਿੱਖੀ ਦੇ ਵਿੱਚ ਪ੍ਰਫੁੱਲਤ ਹੋ ਕੇ ਨਸ਼ਿਆਂ ਤੋਂ ਦੂਰ ਰਹਿ ਕੇ
ਔਰ ਬਾਣੀ ਤੇ ਬਾਣੇ ਦੇ ਜਿਹੜੇ ਉਹਦੇ ਵਿੱਚ ਪ੍ਰਫੁੱਲਤ ਹੋਈਏ। ਇਹ ਫਤਿਹਗੜ੍ਹ ਸਾਹਿਬ ਵਿਖੇ ਕਿਸਾਨਾਂ ਨੇ ਰੋਸ ਮਾਰਚ ਕੱਢਦੇ ਹੋਏ 1984 ਦੇ ਦੰਗਿਆਂ ਦਾ ਇਨਸਾਫ ਮੰਗਿਆ। ਕਿਸਾਨਾਂ ਨੇ ਕਿਹਾ ਕਿ 1984 ਦੇ ਦੰਗਿਆਂ ਲਈ ਜ਼ਿੰਮੇਵਾਰ ਸਰਕਾਰ ਨੇ ਅੱਜ ਤੱਕ ਨਾ ਤਾਂ ਸਿੱਖਾਂ ਨੂੰ ਇਨਸਾਫ ਦਿੱਤਾ ਤੇ ਨਾ ਹੀ ਮੁਆਫੀ ਮੰਗੀ ਹੈ। ਇਸ ਕਰਕੇ ਉਹਨਾਂ ਵਿੱਚ ਰੋਸ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਰਨੇਕ ਸਿੰਘ ਭਲਮਾਜਰਾ ਤੇ ਬਲਵਿੰਦਰ ਸਿੰਘ ਚਰਨਾਰਥਲ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਰੋਸ ਮਾਰਚ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਵਿੱਚ 84 ਦੇ ਦੰਗਿਆਂ ਲਈ ਸਿੱਖਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ। ਕਾਂਗਰਸ ਨੂੰ ਇਸ ਦੇ ਲਈ ਮੁਆਫੀ ਮੰਗਣੀ ਚਾਹੀਦੀ ਹੈ। ਹਰਨੇਕ ਸਿੰਘ ਭਲਮਾਜਰਾ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਤੋਂ ਅੱਜ ਅਸੀਂ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਵੱਲੋਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ। ਇਹਦਾ ਕਿ ਕਾਰਨ ਇਹ ਹੈ ਵੀ ਸਰਕਾਰਾਂ ਨੇ ਜਿਹੜਾ ਅੱਜ ਤੱਕ ਤਸ਼ੱਦਦ ਪੰਜਾਬ ਤੇ ਕਰਿਆ, ਲੋਕਾਂ ਤੇ ਕਰਿਆ, ਸਿੱਖਾਂ ਤੇ ਕਰਿਆ, ਉਹਦੇ ਖਿਲਾਫ ਰੋਸ ਮਾਰਚ, ਕਿਉਂਕਿ ਨਾ ਤਾਂ ਸਰਕਾਰਾਂ ਨੇ ਖੁੱਲ੍ਹ ਕੇ ਕੋਈ ਮਾਫੀ ਮੰਗੀ ਹੈ, ਜਿਹੜਾ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਅਟੈਕ ਕਰਿਆ, ਨਜਾਇਜ਼ ਬੰਦੇ ਮਾਰੇ ਗਏ, ਉੱਥੇ ਸਿੰਘ ਮਾਰੇ ਗਏ, ਨਾ ਹੀ ਜਿਹੜਾ ਸੰਘਰਸ਼ੀ ਸਿੰਘਾਂ ਨੂੰ ਕੈਦਾਂ ਹੋ ਗਈਆਂ, ਜਿਹੜਾ ਸਿੱਟੇ ਗਏ ਉਹਨਾਂ ਨੇ ਕੈਦਾਂ ਵੀ ਪੂਰੀਆਂ ਕਰ ਲਈਆਂ, ਨਾ ਉਹਨਾਂ ਨੂੰ ਰਿਹਾ ਕਰਿਆ ਗਿਆ। ਅਸੀਂ ਉਹਦੀ ਮੰਗ ਕਰਦੇ ਹਾਂ ਵੀ ਉਹਨਾਂ ਨੂੰ ਰਿਹਾ ਵੀ ਕਰਿਆ ਜਾਵੇ, ਔਰ ਹੋਰ ਵੀ ਜਿਹੜੀਆਂ ਨਜਾਇਜ਼ ਜਾਂ ਚੱਲਦੀਆਂ ਸਰਕਾਰ ਨੂੰ ਬਾਹਰ ਆਉਣਾ ਚਾਹੀਦਾ। ਅਸੀਂ ਉਹਦੇ ਵਾਸਤੇ ਮੰਗ ਪੱਤਰ ਦੇ ਕੇ ਆਏ ਹਾਂ। ਲੁਧਿਆਣਾ ਦੇ ਸ਼ਿਮਲਾਪੁਰੀ ਜੁਝਾਰ ਨਗਰ ਸਥਿਤ ਨਿਸ਼ਕਾਮ ਸੇਵਾ ਕੇਂਦਰ ਵਿੱਚ ਸਮਾਗਮ ਦੌਰਾਨ ਹਸਪਤਾਲ ਦੀ OPD ਵਿੱਚ ਨਵੇਂ ਇਕਵਿਪਮੈਂਟ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਵਿਧਾਇਕ ਰਜਿੰਦਰ ਪਾਲ ਪਹੁੰਚੀ, ਜਿੱਥੇ ਉਹਨਾਂ ਨਵੀਂ ਅਲਟਰਾਸਾਊਂਡ ਮਸ਼ੀਨ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਇਸ ਦੇ ਨਾਲ ਲੋਕਾਂ ਨੂੰ ਕਾਫੀ ਸਹੂਲਤਾਂ ਵੀ ਮਿਲਣਗੀਆਂ ਅਤੇ ਸਸਤਾ ਇਲਾਜ ਵੀ ਮਿਲੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਬੰਧਕਾਂ ਅਤੇ ਵਿਧਾਇਕ ਨੇ ਕਿਹਾ ਹੈ ਕਿ ਜਿੱਥੇ ਨਿਸ਼ਕਾਮ ਸੇਵਾ ਕੇਂਦਰ ਵੱਲੋਂ ਪਹਿਲਾਂ ਵੀ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਅਤੇ ਆਸ਼ਰਮ ਦੇ ਨਾਲ-ਨਾਲ ਸਕੂਲ ਅਤੇ ਹਸਪਤਾਲ ਚਲਾ ਰਹੇ ਹਨ, ਤਾਂ ਉੱਥੇ ਹੀ ਇਲਾਕਾ ਸ਼ਿਮਲਾਪੁਰੀ ਦੇ ਜੁਝਾਰ ਨਗਰ 'ਚ अल्ट्रासाउंड मशीन लगाई गई है, जिस दे नाल लोकां नूं काफ़ी फ़ायदा मिलेगा। नमस्कार जी, आज हमारे जो निष्काम के सेवा कार्य चलते हैं उसमें हम ये कह सकते हैं कि एक पायदान परमात्मा आज हमें आगे लेकर गया है। आज हमने नई अल्ट्रासाउंड की मशीन यहाँ हमारे निष्काम सेवा हॉस्पिटल शिमलापुरी जुझार नगर में आई है, जिसका उद्घाटन करने ये MLA साहब आए हैं। निष्काम के 5 ध्येय लेकर निष्काम चली है आज से 45 साल पहले। निष्काम कहती है इस संसार में कोई भूखा ना रहे, इसके लिए निष्काम जगह जगह फलदार पेड़ लगाती है। निष्काम कहती इस संसार में कोई बेसहारा ना हो, इसके लिए निष्काम ने वृद्धाश्रम बना रखा है बीला गांव पखोवाल रोड पर। निष्काम कहती इस संसार में कोई अनपढ़ ना रहे, इसके लिए निष्काम ने पिछले 45 साल से झुग्गियों में स्कूल चला रही है। निष्काम जी का नाम ही निष्काम है, निष्काम सेवा। ये 20-22 सालों तो ये लगातार कुछ फैमिली जिहदे राज जोशी जी, प्रमोद जैन जी और मोनजाल साहब और शरुति जो इत्थों के चेयरमैन ने ये सेवावां निभा रहे हैं। ये अपनी जो की हुई कमाई आ ਉਹਦੇ ਵਿੱਚੋਂ ਥੋੜਾ ਦਸਵੰਧ ਕੱਢ ਕੇ ਤੇ ਇੱਥੋਂ ਦੇ ਗਰੀਬ ਲੋਕਾਂ ਦੀ ਸੇਵਾ ਕਰ ਰਹੇ ਨੇ। ਇਹਨਾਂ ਦੇ ਜਿਹੜੇ ਕੰਮ ਹੈ ਉਹ ਸ਼ਲਾਘਾਯੋਗ ਨੇ। ਸੰਗਰੂਰ ਦੀ ਜਿਮਨੀ ਚੋਣ ਸਾਰੀਆਂ ਪਾਰਟੀਆਂ ਲਈ ਵਪਾਰ ਦਾ ਸਵਾਲ ਬਣ ਗਈ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਟੱਕਰ ਹੁਣ ਇੰਨੀ ਸੌਖੀ ਨਹੀਂ ਰਹੀ। ਉਸ ਦਾ ਕਾਰਨ ਹੈ ਲੋਕਾਂ ਦੇ ਮਨਾਂ ਵਿੱਚ ਰੋਸ ਦੀ ਲਹਿਰ। ਅੱਜ ਨੋਮੀਨੇਸ਼ਨ ਭਰਨ ਦੇ ਆਖਰੀ ਦਿਨ ਕਾਂਗਰਸ ਪਾਰਟੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਰਾਜਾ ਵੜਿੰਗ ਵੀ ਨਾਲ ਸਨ। ਉਹਨਾਂ ਕਿਹਾ ਕਿ ਕੁਝ ਮਹੀਨਿਆਂ ਵਿੱਚ ਆਪ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਹਰ ਫਰੰਟ ਤੇ ਫੇਲ ਪਾਰਟੀ ਹੈ। ਇਸ ਦਾ ਕਾਰਨ ਪੰਜਾਬ ਵਿੱਚ ਹੋ ਰਹੀ ਕਤਲੋਗਾਰਤ ਮੁੱਖ ਮੁੱਦਾ ਹੈ। ਬਿਲਕੁਲ, ਅੱਜ ਅਸੀਂ ਦਲਵੀਰ ਗੋਲਡੀ ਜੀ ਜਿਹੜਾ ਉਹ ਨੌਜਵਾਨ ਜਿਹੜਾ ਸਟੂਡੈਂਟ ਪੋਲਿਟਿਕਸ ਤੋਂ ਉੱਠ ਕੇ ਪੰਜਾਬ ਦੀ ਵਿਧਾਨ ਸਭਾ ਦੀ ਵੀ ਜਿਸਨੇ ਚੁਣਾਵ ਲੜਿਆ, ਔਰ ਅੱਜ ਕਾਂਗਰਸ ਪਾਰਟੀ ਨੇ तमाम ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਪਾਰਲੀਮੈਂਟ ਦੀ ਜਿਹੜੀ ਚੋਣ ਹੈ ਉਹ ਵੀ ਦਲਵੀਰ ਗੋਲਡੀ ਜੀ ਲੜਨਗੇ, ਜਿਨ੍ਹਾਂ ਦਾ ਪਿਛੋਕੜ ਇੱਕ ਆਮ ਸਧਾਰਨ ਪਰਿਵਾਰ ਦਾ ਹੈ। ਔਰ ਜਿਸ ਤਰ੍ਹਾਂ ਉਹਨਾਂ ਨੇ ਬੇਖੌਫ ਤਰੀਕੇ ਦੇ ਨਾਲ ਮੁੱਖ ਮੰਤਰੀ ਸਾਹਮਣੇ ਚੁਣਾਵ ਲੜਿਆ, ਔਰ ਅਸੀਂ ਆਸ ਕਰਦੇ ਹਾਂ तमाम ਲੋਕ ਕਿ ਉਸੇ ਤਰ੍ਹਾਂ ਹੀ ਇਹ ਪਾਰਲੀਮੈਂਟ ਦਾ ਚੁਣਾਵ ਲੜਨਗੇ। ਔਰ ਪਰਮਾਤਮਾ ਸਿਆਣੇ ਕਹਿੰਦੇ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ, ਸੱਚੇ ਪਾਤਸ਼ਾਹ ਕਿਰਪਾ ਕਰਨਗੇ। जिस तरह के पंजाब के अंदर हालात हैं और जिस तरह के सरकार ने वादे किए सन लोगों के नाल, जिहड़ा बदलाव का सपना पंजाब के लोगों को दिखाया गया सी,
ਮੈਨੂੰ ਲੱਗਦਾ ਕਿ 2.5 ਮਹੀਨਿਆਂ ਦੇ ਅੰਦਰ ਜੋ ਪੰਜਾਬ ਦੇ ਅੰਦਰ ਹੋਇਆ, ਪੰਜਾਬ ਦੇ ਲੋਕਾਂ ਨੇ ਉਹਨੂੰ ਬੜਾ ਨੇੜੇ ਹੋ ਕੇ ਤੱਕਿਆ। ਅੱਜ ਮੇਰਾ ਖਿਆਲ ਪੰਜਾਬ ਦੇ ਲੋਕ, ਨੌਜਵਾਨ, ਆਮ ਸਧਾਰਨ ਪਰਿਵਾਰਾਂ ਦੇ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਸਾਥੋਂ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੈ, ਔਰ ਸਾਨੂੰ ਉਮੀਦ ਹੈ ਕਿ ਉਹ ਬਦਲਾਅ ਦੇ ਰੂਪ ਦੇ ਵਿੱਚ ਜਿਹੜਾ ਫੈਸਲਾ ਉਹਨਾਂ ਨੇ ਲਿਆ ਸੀ, ਉਹਦਾ ਇਸ ਪਾਰਲੀਮੈਂਟ ਦੇ ਚੁਣਾਵ ਦੇ ਅੰਦਰ ਬਦਲਾ ਲੈਣਗੇ। ਗੋਲਡੀ ਦੀ ਸਿੱਧੀ ਟੱਕਰ ਕੀ ਨਾ ਵੇਖਦੇ ਹੋ? ਮੈਂ ਸਮਝਦਾ ਜੀ ਕਿ ਟੱਕਰ ਨੈਚੁਰਲੀ ਸਰਕਾਰ ਦੇ ਨਾਲ, ਮੈਨੂੰ ਲੱਗਦਾ ਕਿ ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਕਿ ਸਾਡੀ ਤਾਂ ਕਿਸੇ ਨਾਲ ਟੱਕਰ ਹੀ ਨਹੀਂ। ਆਮ ਤੌਰ ਤੇ ਅੱਜ ਕੱਲ੍ਹ ਇੱਦਾਂ ਦੇ ਬਿਆਨ ਹੁੰਦੇ ਨੇ, ਜਿਵੇਂ ਸੁਖਬੀਰ ਬਾਦਲ ਅਕਸਰ ਹੀ ਕਹਿੰਦਾ ਸੀ ਕਿ ਤੁਸੀਂ ਦੇਖਿਓ 90 ਸੀਟਾਂ ਆਉਣਗੀਆਂ। ਮੈਂ ਤਦ ਵੀ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਅਸੀਂ ਸਰਕਾਰ ਬਣਾਉਣ ਦੇ ਨਜ਼ਦੀਕ ਹਾਂ। ਔਰ ਜਿਸ ਤਰ੍ਹਾਂ ਮੈਨੂੰ ਲੱਗਦਾ ਕਿ ਅਦਰ ਪਾਰਟੀਜ਼, ਭਾਜਪਾ ਨੇ ਹੁਣੇ ਇੰਪੋਰਟ ਕੀਤਾ ਹੈ ਬੰਦਾ, ਉਹਨਾਂ ਕੋਲੇ ਉਮੀਦਵਾਰ ਹੀ ਨਹੀਂ ਸੀ। ਉਹੀ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਸਨ ਕਿ ਉਹਨਾਂ ਕੋਲੇ ਕੋਈ ਉਮੀਦਵਾਰ ਜਦ ਨਹੀਂ ਮਿਲਿਆ, ਹਾਲਾਂਕਿ ਰਾਜਲਾ ਸਾਹਿਬ ਦੀ ਭੈਣ ਨੇ ਨਾ ਕਰ ਦਿੱਤੀ ਸੀ, ਪਰ ਫਿਰ ਮਿੰਤਾ ਤਰਲੇ ਕਰਕੇ ਉਹਨਾਂ ਨੇ ਕੈਂਡੀਡੇਟ ਬਣਾਇਆ ਗਿਆ। ਔਰ ਸਿਮਰਜੀਤ ਸਿੰਘ ਮਾਨ ਉਹ ਕੇਵਲ ਉਹੀ ਪੁਰਾਣੀਆਂ ਗੱਲਾਂ, ਖਾਲਿਸਤਾਨ ਦੀ ਗੱਲ, ਇਸ ਤਰ੍ਹਾਂ ਦੀ ਗੱਲ ਕਰਕੇ ਵੋਟਾਂ ਲੈਣੀ ਚਾਹੁੰਦੇ ਨੇ। ਮੈਨੂੰ ਪੂਰਨ ਉਮੀਦ ਹੈ ਕਿ ਗੋਡਲੀ ਸਾਡਾ ਇਸ ਵਾਰੀ ਫਤਿਹ ਉਹਨੂੰ ਮਿਲੇਗੀ, ਕਿਉਂਕਿ ਲੋਕਾਂ ਨੇ ਦੇਖ ਚੁੱਕਿਆ। ਔਰ ਮੈਂ ਲੋਕਾਂ ਨੂੰ ਇਹ ਬੇਨਤੀ ਵੀ ਕਰਾਂਗਾ ਕਿ ਤੁਸੀਂ ਪੰਜਾਬ ਦੇ ਅੰਦਰ ਬਦਲਾਅ ਲਿਆਉਣਾ ਚਾਹੁੰਦੇ ਸਨ, ਤੁਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਦਿੱਤਾ। ਹੁਣ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਆਪੋਜੀਸ਼ਨ ਦੇ ਵਿੱਚ ਹੈ ਔਰ ਲੜਾਈ ਲੜ ਰਹੀ ਹੈ ਭਾਜਪਾ ਸੱਤਾਧਰ ਪਾਰਟੀ ਦੇ ਨਾਲ। ਮੈਨੂੰ ਲੱਗਦਾ ਹੈ ਕਿ ਅਗਰ ਚੰਗਾ ਪਾਰਲੀਮੈਂਟੇਰੀਅਨ ਜਿਹੜਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰੇਗਾ ਐਂਡ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜੇਗਾ, ਮੈਨੂੰ ਲੱਗਦਾ ਹੈ ਕਿ ਜ਼ਰੂਰ ਵਿਸ਼ਵਾਸ ਹੈ ਕਿ ਲੋਕ ਗੋਲਡੀ ਜੀ ਨੂੰ ਐਜ਼ ਏ ਪਾਰਲੀਮੈਂਟੇਰੀਅਨ ਸੁਪਰੀਮ 6 ਜੂਨ ਸਾਕਾ ਨੀਲਾ ਤਾਰਾ ਨਾਲ ਸੰਬੰਧਿਤ ਰੂਪਨਗਰ ਵਿਖੇ ਕੁਝ ਨੌਜਵਾਨਾਂ ਵੱਲੋਂ ਇੱਕ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਸਰਕਾਰੀ ਕਾਲਜ ਦੇ ਖੇਡ ਮੈਦਾਨ ਤੋਂ ਸ਼ੁਰੂ ਹੋ ਕੇ ਬੇਲਾ ਚੌਂਕ ਰੂਪਨਗਰ ਤੱਕ ਕੱਢਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਰਨੈਲ ਸਿੰਘ ਨੇ ਦੱਸਿਆ ਕਿ ਸਾਕਾ ਨੀਲਾ ਤਾਰਾ ਦੇ ਸਾਲਗਿਰਾ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਾਕਾ ਨੀਲਾ ਤਾਰਾ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੂਨ 1984 ਦਾ ਉਹ ਦਿਨ ਜਦੋਂ ਹਰਮੰਦਰ ਸਾਹਿਬ ਤੇ ਕੇਂਦਰ ਦੀ ਸਰਕਾਰ ਨੇ ਫੌਜ ਵੱਲੋਂ ਹਮਲਾ ਕਰਵਾਇਆ ਸੀ ਨੂੰ ਸਿੱਖ ਕਦੀ ਵੀ ਨਹੀਂ ਭੁੱਲ ਸਕਦੇ ਅਤੇ ਇਹ ਮੰਜ਼ਰ ਹਰ ਵੇਲੇ ਸਿੱਖਾਂ ਨੂੰ ਯਾਦ ਰਹਿੰਦਾ ਤੇ ਸਿੱਖਾਂ ਵਿੱਚ ਰੋਸ ਪੈਦਾ ਕਰਦਾ ਹੈ। ਮੇਰਾ ਨਾਮ ਜਰਨੈਲ ਸਿੰਘ ਮਗਰੋੜ, ਕਿਰਤੀ ਕਿਸਾਨ ਮੋਰਚਾ। ਜਰਨੈਲ ਸਿੰਘ ਜੀ, ਇਹ ਜਿਹੜਾ ਰੋਸ ਮਾਰਚ ਹੈ ਕਿਆ ਕੀਤਾ ਜਾ ਰਿਹਾ ਹੈ? ਇਹ ਰੋਸ ਮਾਰਚ ਇਸ ਲਈ ਕੀਤਾ ਜਾ ਰਿਹਾ, ਇੱਕ ਤਾਂ ਜਿਹੜਾ ਘੱਲੂਘਾਰ ਦਿਵਸ ਨੂੰ ਮੁੱਖ ਰੱਖਦੇ ਇਹ ਉਹਨੂੰ ਸਮਰਪਣ ਹੈ ਰੋਸ ਮਾਰਚ। ਕਿ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਜੋ ਸੰਗਤਾਂ ਗਈਆਂ ਸੀ, ਬੱਚੇ ਛੋਟੇ ਛੋਟੇ, ਮਾਤਾਵਾਂ, ਭੈਣਾਂ, ਵੀਰ, ਬਜ਼ੁਰਗ, ਨੌਜਵਾਨ, ਉਹਨਾਂ ਨੇ ਹੱਥਿਆਂ ਦੇ ਉੱਤੇ ਉਸ ਸਮੇਂ ਦੀ ਜਿਹੜੀ ਜ਼ਾਲਮ ਸਰਕਾਰ ਹੈ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਦੂਜਾ ਜਿਹੜੇ ਸਾਡੇ ਸ਼ਹੀਦ ਸਿੰਘ ਸੀ, ਆਗੂ ਸੀ, ਭਾਈ ਸੁਬੇਗ ਸਿੰਘ ਜੀ, ਜਰਨਲ ਸੁਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ, ਹੋਰ ਅਨੇਕਾਂ ਨੌਜਵਾਨ ਜਿਨ੍ਹਾਂ ਦੇ ਤੋਪਾਂ ਦੇ ਨਾਲ ਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਗਿਆ, ਉਹਦੇ ਰੋਸ ਵਿੱਚੋਂ। ਤੇ ਤੀਜਾ ਜਿਹੜਾ ਬੰਦੀ ਸਿੰਘ ਹੈ, ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਇਹ ਸਮਰਪਿਤ ਹੈ ਕਿ ਸਰਕਾਰਾਂ ਨੂੰ ਜੇ ਅਸੀਂ ਜਗਾਉਣਾ ਚਾਹੁੰਦੇ, ਸੁੱਤੀਆਂ ਜਗਾਉਣਾ ਚਾਹੁੰਦੇ, ਇਹ ਸੌਦਾ ਸਾਧ ਹੈ ਜਿਹਨੂੰ ਪਰੋਲ ਦੇ ਦਿੱਤੀ ਹੈ ਤੇ ਉਹਦੇ ਇੰਨੇ ਜਿਹੜੇ ਉਹਦੇ ਤੇ ਇਲਜ਼ਾਮ ਲੱਗੇ ਹੋਏ ਨੇ, ਫਿਰ ਵੀ ਉਹਨੂੰ ਪਰੋਲ ਦਿੱਤੀ। ਜਿਹੜੇ ਸਾਡੇ ਸ਼ਹੀਦੀ ਸਿੰਘ ਹੈ ਉਹਨਾਂ ਨੂੰ ਕੋਈ ਸਜ਼ਾਵਾਂ ਪੂਰੀਆਂ ਹੋਣ ਤੇ ਕੋਈ ਵੀ ਆਵਾਜ਼ ਜਿਹੜੀ ਕੰਨਾਂ ਤੱਕ ਸਰਕਾਰ ਦੇ ਨਹੀਂ ਪਹੁੰਚ ਰਹੀ। ਉਹ ਗੂੰਗੀ ਸਰਕਾਰ ਨੂੰ, ਬੋਲੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਚੁੱਪ ਕਰਕੇ ਨਹੀਂ ਬੈਠੇ ਹੈ। ਜੇ ਇਹਨਾਂ ਨੇ ਸਰਕਾਰਾਂ ਨਹੀਂ ਜਾਗਦੀਆਂ, ਅਸੀਂ ਬਹੁਤ ਹੀ ਸਖਤ ਕਦਮ ਚੁੱਕਣੇ ਨੂੰ ਮਜਬੂਰ ਹੋਵਾਂਗੇ। ਸਰਕਾਰਾਂ ਸਾਨੂੰ ਮਜਬੂਰ ਨਾ ਕਰਨ, ਇਸ ਕਰਕੇ ਸਾਡੀ ਇਹ ਆਵਾਜ਼ ਦੀ ਜਿਹੜੀ ਹੈ ਉਹ ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਅੱਜ ਰੋਸ ਮਾਰਚ ਰੱਖੇ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।